मति सती नहीं पढ़िया। मूर्ख मुगधा जन्म पया पर्णवत नानक तिन की शरणा। जिन तू नाही विसरिया पर्णवत नानक तिन की शरणा। जिन तू नाही विसरिया। निमाणिया नू माण, बेसमझा नू समझ, सूझबूझ अंधकार डार्कनेस अज्ञानता मन दा हनेरा दूर कर। निरंकार परवतगार परमेश्वर नाल मिलाउण वाले सांझे रहबर मनुखता दा भला करन वाले शब्दा अवतार शब्द गुरु साहिब श्री गुरु ग्रंथ साहिब महाराज तिन्हां दे पावन हजूरी अंदर जिथे असी तन करके आए हैं, गुरु अगे तरला लईए मन का टिका बन जाए। मन करके आइए, लवाइए हाजरियां, बनाइए रसना नू सफला, कोई भी रसना वांझी ना रह जावे। सतनाम श्री वाहिगुरु साहिब जी। सतनाम श्री वाहिगुरु साहिब जी। गुरु रूप साध संगत, जिवें सानू हुणे ही ज्ञानी जी ने 1984 दे बारे दस्या कि 1984 दे विच किहो जे कारनामे होए। आपां इन्हां कारनामिਆਂ ਨੂੰ उदों तो लैके नहीं पिछों खान बहादुर, ਜ਼ਕਰੀਆ खान, नादर शाह अब्दाली किवें किवें आउंदे रहे, किवें किवें इस घर नूं ढाउंदे रहे। ये सारा ही आपां साका लड़ीवार विसार रहे हैं। पर जो अज दे हुक्म गुरु साहिब धन गुरु अमरदास महाराज जी का आया, थोड़ा जिहा असी पहला ध्यान इस पासे देईए कि धन गुरु अमरदास महाराज जी ने सानू अज दे हुक्म दे विच की समझाया। धन गुरु अमरदास महाराज जी अज दे हुक्म ही सानू समझा रहे ने। ब्रह्म बिंदै तिसदा ब्रह्म मत्र है, एक शब्द लिवलाए नव निधि 18 सिद्धि पिछे लगियां फिरें। जो हर हिरदै सदा वसाए। पौड़ी दे विच साहिब जी बख्शिश करते ने, हौं बलिहारी तिन को जो गुरमुख सिखा। जो हर नाम ध्याए दे तिन दर्शन पिखा। जिवें शब्द है तो शब्द का जिहड़ा रहाओ का बंद हुंदा, रहाओ दे बंद दे विच सारे शब्द का निचोड़ हुंदा है। ते रहाओ का बंद जिहड़ा है वो सेंट्रल आइडिया जिन्हों असीं कहने आ, धुरा कह दईए सारे शब्द का, ते सारा शब्द उसकी व्याख्या करदा है। इसे तरह ये पौड़ी दी जड़ियां पहलियां तुकां ने पूरे शब्द की व्याख्या करदियां ने। मेरे साहिब जी कहते ने, हौं बलिहारी तिन कौ। तिन कौ तो भाव है मैं उन्हां तो बलिहार हाँ, उन्हां तो सदके हाँ, मैं उन्हां तो अपना आप निशावर करदा हां। किन्हां तो जी? बलिहारी दे जे अर्थ करिए तो असीं रोज पढ़ते हैं, रोज सुनते हैं। बलिहारी कुदरत वसिया, तेरा अंत ना जाई लखिया। अलख परमात्मा है वाहिगुरु, तू सारी ही
ਕੁਦਰਤ ਦੇ ਵਿੱਚ, ਕੁਦਰਤ ਜੋ ਅਸੀਂ ਪਸਾਰਾ ਪਸਰਿਆ, ਜਿਸ ਨੂੰ ਅਸੀਂ ਵੇਖ ਰਹੇ ਹਾਂ, ਇਹ ਜਿੰਨੇ ਵੀ ਜੀਵ ਜੰਤੂ ਬਨਸਪਤੀ ਜੋ ਕੁਝ ਵੀ ਦਿਸ ਰਿਹਾ ਹੈ, ਇਹ ਉਸ ਪਰਮਾਤਮਾ ਦੀ ਕੁਦਰਤ ਹੈ। ਤੇ ਇਸ ਪਰਮਾਤਮਾ ਦੀ ਕੁਦਰਤ, ਪਰਮਾਤਮਾ ਇਸ ਕੁਦਰਤ ਦੇ ਵਿੱਚ ਵਸਦਾ ਹੈ। ਉਹ ਵਾਹਿਗੁਰੂ ਜਿਹੜਾ ਹੈ ਇਸ ਕੁਦਰਤ ਦੇ ਵਿੱਚ ਵਸਦਾ ਹੈ। ਬਲਿਹਾਰੀ ਕੁਦਰਤ ਵਸਿਆ। ਬਲਿਹਾਰ ਜਾਈਏ ਦਾਤਿਆ, ਤੂੰ ਜਿਹੜਾ ਇਹ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਫਿਰ ਇਹਦੇ ਵਿੱਚ ਤੂੰ ਆਪ ਵਸਿਆ ਹੋਇਆ ਹੈ ਤੇ ਆਪ ਵਸ ਕੇ ਤੂੰ ਇਸ ਨੂੰ ਚਲਾ ਰਿਹਾ ਹੈ। ਇੱਕ ਉਦਾਹਰਣ ਦਿੱਤਾ, ਇੱਕ ਹੋਰ ਦੇਣਾ। ਹਉ ਕੁਰਬਾਨੇ ਜਾਉ, ਬਲਿਹਾਰ ਜਾਣਾ, ਨਿਸ਼ਾਵਰ ਕਰਨਾ, ਆਪਣੇ ਆਪ ਨੂੰ ਕੁਰਬਾਨ ਕਰਨਾ। ਫਿਰ ਕਿਆ ਹਉ ਕੁਰਬਾਨੇ ਜਾਉ ਤਿਨਾ ਕਹਿ, ਕਿਹਨਾਂ ਤੋਂ ਲੈਣ ਜੋ ਤੇਰਾ ਨਾਮ। ਇਹ ਵੀ ਬਲਿਹਾਰੀ ਹੈ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਕਿਆ ਹਉ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾ ਕਹਿ, ਹਉ ਸਦ ਕੁਰਬਾਨੇ ਜਾਉ। ਮੈਂ ਉਹਨਾਂ ਤੋਂ ਕੁਰਬਾਨ ਜਾਵਾਂ, ਉਹਨਾਂ ਤੋਂ ਸਦਕੇ ਜਾਵਾਂ ਦਾਤਿਆ ਜਿਹੜਾ ਤੇਰਾ ਨਾਮ ਲੈਂਦੇ ਨੇ। ਨਾਮ ਲੈਣ ਤੋਂ ਭਾਵ ਜਿਹੜਾ ਤੇਰਾ ਨਾਮ ਜਪਦੇ ਨੇ, ਜਿਹੜੇ ਤੇਰੇ ਨਾਮ ਨਾਲ ਜੁੜੇ ਹੋਏ ਨੇ। ਤੇ ਜਿੱਥੇ ਜ਼ਿਆਦਾ ਪਿਆਰ ਹੋਵੇ ਨਾ, ਉਹਦਾ ਮੁੜ ਮੁੜ ਕੇ ਆਪਾਂ ਨਾਮ ਉਹਦਾ ਹੀ ਲੈਨੇ ਆ। ਘਰ ਵਿੱਚ ਕੋਈ ਪਰਿਵਾਰ ਵਿੱਚ ਗੱਲ ਕਰੀਏ, ਜਿੱਥੇ ਸਾਡਾ ਜ਼ਿਆਦਾ ਸਨੇਹ ਹੈ, ਜਿੱਥੇ ਸਾਡਾ ਜ਼ਿਆਦਾ ਲਗਾਵ ਹੈ ਨਾ, ਅਸੀਂ ਮੁੜ ਮੁੜ ਕੇ ਗੱਲ ਉਹਦੀ ਹੋਈ ਕਰਨੇ ਆ, ਉਸੇ ਦਾ ਹੀ ਨਾਂ ਲੈਨੇ ਆ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ, ਇਹ ਆਪਣੇ ਮਾਲਕ ਪਰਮਾਤਮਾ ਦਾ ਨਾਮ ਲੈਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਹਉ ਕੁਰਬਾਨੇ ਜਾਉ ਤਿਨਾ ਕਹਿ, ਜਿਹਨਾਂ ਉਹਨਾਂ ਤੋਂ ਮੈਂ ਕੁਰਬਾਨ ਜਾਵਾਂ ਜਿਹੜੇ ਦਾਤਿਆ ਤੇਰਾ ਨਾਮ ਲੈਂਦੇ ਨੇ। ਕਿਆ ਹਉ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ। ਇੱਥੇ ਜਿਹੜੇ ਪਾਠ ਅਸੀਂ ਕਰਦੇ ਆ ਨਾ, ਥੋੜਾ ਜਿਹਾ ਧਿਆਨ ਦਿਆ ਜੇ। ਅਸੀਂ ਇਸ ਪੌੜੀ ਨੂੰ ਐਵੇਂ ਪੜ੍ਹ ਦਿੰਨੇ ਆ, ਜੋ ਗੁਰਮੁਖ ਸਿੱਖਾਂ। ਸਿੱਖਾਂ ਨਹੀਂ ਹੈ, ਕਿਉਂਕਿ ਅਸੀਂ ਸਿੱਖ ਹੁੰਨੇ ਆਪਣੇ ਆਪ ਨੂੰ ਅਖਵਾਉਨੇ ਆ, ਤੇ ਅਸੀਂ ਇੱਥੇ ਸਿੱਖ ਸ਼ਬਦ ਬੋਲਦੇ ਨੇ। ਸਿੱਖਾਂ, ਸਿੱਖਾਂ ਦਾ ਇੱਥੇ ਹੋ ਗਿਆ ਬਹੁ ਬਚਨ, ਬਹੁਤ ਸਾਰੇ ਸਿੱਖ, ਪਰ ਇੱਥੇ ਸਿੱਖਾਂ ਦਾ ਅਰਥ ਹੋ ਗਿਆ ਸਿੱਖਿਆ। ਸਿੱਖਿਆ ਕਿਆ ਹਉ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ, ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾਂ ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਪਾਸ ਆ ਕੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ। ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਸਦਕੇ ਜਾਵਾਂ ਜਿਹੜਾ ਗੁਰੂ ਦੀ ਸਿੱਖਿਆ ਲੈਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਕਿਹਾ ਸੀ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਆਸਾ ਜੀ ਕੀ ਵਾਰ ਦੇ ਵਿੱਚ ਜਦੋਂ ਪਾਤਸ਼ਾਹ ਨੂੰ ਜਨੇਊ ਪਾਉਣ ਲੱਗਾ ਨਾ ਪ੍ਰੋਤ ਹਰਦਿਆਲ, ਉੱਥੇ ਵੀ ਅਸੀਂ ਸਿੱਖਾਂ ਹੀ ਪੜ ਜਾਂਦੇ ਹਾਂ। ਤੇ ਪਾਤਸ਼ਾਹ ਇਹ ਕਹਿੰਦੇ ਨੇ ਗੁਰ ਬ੍ਰਾਹਮਣ ਥੀਆ, ਸਿੱਖਾ ਕੰਨ ਚੜਾਈਆ। ਭਾਵ ਕੰਨ ਦੇ ਵਿੱਚ ਇਹ ਉਦੋਂ ਫੂਕ ਮਾਰੀ ਜਾਂਦੀ ਸੀ, ਅੱਜ ਤੋਂ ਤੇਰਾ ਗੁਰੂ ਕੌਣ ਹੈ? ਬ੍ਰਾਹਮਣ ਹੈ। ਸਿੱਖਿਆ ਦਿੱਤੀ ਜਾਂਦੀ ਸੀ। ਜਦੋਂ ਜਨੇਊ ਪਾਇਆ ਜਾਣਾ ਤੇ ਕਹਿੰਦੇ ਨੇ ਨਾ, ਬ੍ਰਾਹਮਣ ਜਿਹੜਾ ਹੈ ਉਹਨੂੰ ਹੀ ਸਨਾਤਨ ਧਰਮ ਦੇ ਵਿੱਚ ਆਪਣਾ ਗੁਰੂ ਮੰਨਦੇ ਨੇ, ਪਾਏ ਲਾਗੋਂ ਕਹਿੰਦੇ ਨੇ। ਇਸ ਗੱਲ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਸਿੱਖਾ ਕੰਨ ਚੜਾਈਆ, ਕੰਨ ਦੇ ਵਿੱਚ ਸਿੱਖਿਆ ਦਿੱਤੀ, ਗੁਰ ਬ੍ਰਾਹਮਣ ਥੀਆ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ, ਮੇਰਾ ਗੁਰੂ ਕੌਣ ਹੈ? ਮੇਰਾ ਗੁਰੂ ਗੁਰੂ ਸ਼ਬਦ ਹੈ, ਬ੍ਰਾਹਮਣ ਨਹੀਂ। ਕਿਉਂਕਿ ਪਹਿਲੀਆਂ ਤੁਕਾਂ ਵਿੱਚ ਆ ਰਿਹਾ ਹੈ, ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿਛੇ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਬ੍ਰਹਮ ਬਿੰਦਾ, ਬਿੰਦਾ ਤੋਂ ਭਾਵ ਹੈ ਜਾਣਨਾ, ਬ੍ਰਹਮ ਤੋਂ ਭਾਵ ਹੈ ਪਾਰ ਬ੍ਰਹਮ। ਤਿਸ ਦਾ ਬ੍ਰਹਮਤਰ ਹੈ, ਬ੍ਰਾਹਮਣ ਵਾਲੇ ਉਹਦੇ ਲੱਛਣ ਨੇ। ਮਾਨੋ ਕਿ ਉਹ ਬ੍ਰਹਮ ਗਿਆਨੀ ਹੈ, ਉਹ ਬ੍ਰਹਮ ਦਾ ਬੇਤਾ ਹੈ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਆ ਨਾ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਇੱਥੇ ਕਿਸੇ ਕੁੱਲ ਦੀ ਗੱਲ ਨਹੀਂ ਹੈ, ਕਿਸੇ ਜਾਤ ਦੀ ਗੱਲ ਨਹੀਂ ਹੈ। ਗਿਆਨੀ ਉਹਨੂੰ ਕਹਿੰਦੇ ਨੇ ਜਿਹਨੂੰ ਗਿਆਨ ਹੋਵੇ। ਅਸੀਂ ਗੁਰੂ ਕੀ ਬਾਣੀ ਪੜ੍ਹਨ ਵਾਲੇ ਨੂੰ ਗਿਆਨੀ ਕਹਿ ਦਿੰਦੇ ਆ।
ਜਿਹੜਾ ਸਾਨੂੰ ਸ਼ਬਦ ਦੀ ਵਿਚਾਰ ਕਰਕੇ ਸੁਣਾਉਂਦਾ, ਅਸੀਂ ਉਹਨੂੰ ਗਿਆਨੀ ਕਹਿੰਦੇ ਆ। ਗਿਆਨੀ ਕੋਈ ਸ਼੍ਰੇਣੀ ਨਹੀਂ ਹੈ, ਕੋਈ ਕੁੱਲ ਨਹੀਂ ਹੈ। ਗਿਆਨ ਜਿਹਦੇ ਕੋਲ ਹੈ ਉਹ ਗਿਆਨੀ ਹੈ, ਉਹ ਗਿਆਨਵਾਨ ਹੈ। ਇੱਥੇ ਜਿਹੜੀ ਕੋਈ ਬ੍ਰਾਹਮਣ ਕੋਈ ਜਾਤ ਦੀ ਗੱਲ ਨਹੀਂ ਹੈ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ। ਬ੍ਰਹਮ ਪਲੱਸ ਮਤ, ਬ੍ਰਾਹਮਣਾਂ ਵਾਲੇ ਲੱਛਣ ਉਹਦੇ ਵਿੱਚ ਹੋਣ ਜਿਨਨੇ ਬ੍ਰਹਮ ਨੂੰ ਜਾਣ ਲਿਆ, ਪਾਰ ਬ੍ਰਹਮ ਨੂੰ ਪਛਾਣ ਲਿਆ। ਪਛਾਣਨਾ ਉਹਨੂੰ ਕਿਵੇਂ ਹੈ? ਏਕ ਸ਼ਬਦ ਲਿਵ ਲਾਏ। ਸ਼ਬਦ ਕੀ ਹੈ? ਗਿਆਨ। ਤੇ ਗਿਆਨ ਕੀ ਹੈ? ਸਾਨੂੰ ਚਾਨਣਾ ਕਰਾਉਂਦਾ ਹੈ। ਤੇ ਜਦੋਂ ਗਿਆਨ ਨਾਲ ਜੁੜ ਗਏ ਉਦੋਂ ਸਾਡੀ ਲਿਵ ਜੁੜਦੀ ਹੈ। ਕਹਿੰਦੇ ਕਈ ਵਾਰੀ ਅਸੀਂ ਕਹਿੰਦੇ ਆ ਨਾ ਸਾਡੀ ਲਿਵ ਨਹੀਂ ਜੁੜਦੀ, ਲਿਵ ਸਾਡਾ ਧਿਆਨ ਨਹੀਂ ਜੁੜਦਾ। ਲਿਵ ਜੋੜਨ ਵਾਸਤੇ ਕਈ ਬੜੀਆਂ ਸਮਾਧੀਆਂ ਲਾਉਂਦੇ ਨੇ, ਕਈ ਆਪਣੇ ਤਨ ਨੂੰ ਬੜਾ ਤਪਾਉਂਦੇ ਨੇ ਵੀ ਸਾਡੀ ਲਿਵ ਜੁੜ ਜਾਏ। ਪਰ ਲਿਵ ਤੇ ਤੁਰਿਆਂ ਫਿਰਦਿਆਂ ਵੀ ਜੁੜੀ ਰਹਿ ਸਕਦੀ ਹੈ। ਲਿਵ ਤੇ ਕਾਰ ਵਿਹਾਰ ਹਾਰਡ ਵਰਕ ਕਰਦਿਆਂ ਵੀ ਤੇਰੀ ਜੁੜੀ ਰਹਿ ਸਕਦੀ ਹੈ। ਕਿਵੇਂ? ਮਾਂ ਕਦੇ ਕੰਮ ਛੱਡਦੀ ਹੈ, ਕਦੇ ਵਿਹਲੀ ਬਹਿੰਦੀ ਹੈ ਆਪਣੇ ਪੁੱਤਰ ਨੂੰ ਯਾਦ ਕਰਨ ਵਾਸਤੇ। ਆਪਾਂ ਇੱਥੇ ਇਸ ਧਰਤੀ ਤੇ ਬੈਠੇ ਆ, ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਭਾਰਤ ਵਿੱਚ ਬੈਠੇ ਨੇ, ਕਿ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਨਾ ਹੋਵੇ ਕੰਮ ਛੱਡਦੇ ਨੇ ਆ, ਖਾਣਾ ਪੀਣਾ ਛੱਡਦੇ ਨੇ ਆ, ਘਰ ਵਿੱਚ ਵਿਚਰਨਾ ਛੱਡਦੇ ਨੇ ਆ? ਨਹੀਂ, ਸਾਰੇ ਕਾਰ ਵਿਹਾਰ ਕਰਨੇ ਆ, ਪਰ ਧਿਆਨ ਉੱਥੇ ਚੱਲਦਾ ਰਹਿੰਦਾ। ਧਿਆਨ ਉੱਥੇ ਪਹੁੰਚਿਆ ਹੋਇਆ ਹੈ, ਤਨ ਇੱਧਰ ਹੈ ਤੇ ਮਨ ਉੱਥੇ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ, ਗੁਰੂ ਸਵਾਰਿਓ, ਜਿਨ੍ਹਾਂ ਦਾ ਰੱਬ ਦੇ ਨਾਲ ਸਨੇਹ ਹੈ, ਤਨ ਕਿਧਰ ਹੈ ਤੇ ਮਨ ਆਪਣੇ ਦਾਤੇ ਦੇ ਵਿੱਚ ਜੁੜਿਆ ਰਹਿੰਦਾ ਹੈ, ਉਹਨਾਂ ਦੀ ਲਿਵ ਕਦੀ ਟੁੱਟਦੀ ਨਹੀਂ। ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਰ ਜਦੋਂ ਮਾਇਆ ਆਪਣਾ ਪ੍ਰਭਾਵ ਪਾ ਦਿੰਦੀ ਉਦੋਂ ਰੱਬ ਨਾਲੋਂ ਲਿਵ ਟੁੱਟ ਜਾਂਦੀ ਹੈ, ਉਦੋਂ ਲਿਵ ਛੁੱਟ ਜਾਂਦੀ ਹੈ। ਜਦੋਂ ਅਸੀਂ ਸੰਸਾਰ ਦੇ ਨਿਰੰਕਾਰ ਨਾਲੋਂ ਤੋੜ ਕੇ ਸੰਸਾਰ ਨਾਲ ਜੋੜਦੇ ਹਾਂ ਤੇ ਫਿਰ ਸਾਡੀ ਸੰਸਾਰ ਨਾਲ ਜੁੜ ਜਾਂਦੀ ਹੈ। ਫਿਰ ਸੰਸਾਰ ਦੇ ਮੋਹ ਮਾਇਆ ਪਦਾਰਥਾਂ ਦੇ ਵਿੱਚ ਅਸੀਂ ਦਿਨੇ ਰਾਤ ਸੌਂਦੇ ਵੀ ਨਹੀਂ ਹੈ, 12-12 17-17 ਘੰਟੇ ਕੰਮ ਕਰੀ ਤੁਰੇ ਜਾਂਦੇ ਆ, ਕਿਉਂਕਿ ਲਿਵ ਇੱਧਰ ਜੁੜੀ ਹੋਈ ਹੈ। ਆਪਣਾ ਖਾਣਾ ਪੀਣਾ ਵੀ ਪ੍ਰਸ਼ਾਦਾ ਵੀ ਭੁੱਲੇ ਬੈਠੇ ਆ, ਕਿਉਂਕਿ ਲਿਵ ਜਿੱਧਰ ਜੁੜੀ ਹੈ ਉਧਰ ਧਿਆਨ ਹੈ। ਕਿੰਨੀਆਂ ਜ਼ੀਰੋ ਲੱਗ ਗਈਆਂ ਨੇ ਏਕੇ ਦੇ ਨਾਲ, ਇੱਕ ਲੱਗ ਗਈ, ਹੁਣ ਇੱਕ ਹੋਰ ਲੱਗ ਜਾਏ, ਫਿਰ ਇੱਕ ਹੋਰ ਲੱਗ ਜਾਏ, ਕਿੰਨਾ ਬੈਲੈਂਸ ਬਣ ਗਿਆ। ਫਿਰ ਉਹਨੂੰ ਵਾਰ-ਵਾਰ ਵੇਖਦੇ। ਹੁਣ ਇਹ ਜਿਹੜੀ ਇਹ ਲਿਵ ਹੈ, ਜਿੱਧਰ ਧਿਆਨ ਜਾਏਗਾ ਲਿਵ ਉਧਰ ਜੁੜੇਗੀ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਰੱਬ ਨਾਲ ਤੋਂ ਲਿਵ ਜੋੜਨੀ ਹੈ, ਪਰਮਾਤਮਾ ਨਾਲ ਲਿਵ ਜੋੜਨੀ ਹੈ, ਤੇ ਫਿਰ ਏਕ ਸ਼ਬਦ ਲਿਵ ਲਾਏ। ਸ਼ਬਦ ਤੋਂ ਭਾਵ ਹੈ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਜਿਸ ਨੂੰ ਹੁਣੇ ਮੈਂ ਕਿਹਾ ਸੀ ਸਿੱਖਾ ਕੰਨ ਚੜਾਈਆ ਗੁਰੂ ਬ੍ਰਾਹਮਣ ਥੀਆ। ਸਿੱਖਿਆ ਦਿੱਤੀ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ, ਜਦੋਂ ਜਨੇਊ ਪਾਇਆ ਗਿਆ। ਪਰ ਮੇਰੇ ਬਾਪੂ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖਿਆ ਇਹ ਦਿੱਤੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਕਿਆ ਜੋ ਪ੍ਰਭ ਕੋ ਮਿਲ ਬੋ ਚਾਹੈ। ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ ਕੀ ਕਰਨ? ਖੋਜ ਸ਼ਬਦ ਮੇਲੇ। ਉਹ ਸ਼ਬਦ ਦੇ ਵਿੱਚੋਂ ਉਸ ਪ੍ਰਮਾਤਮਾ ਦੀ ਖੋਜ ਕਰਨ। ਜਦੋਂ ਅਸੀਂ ਮੈਪ ਵੇਖਣਾ ਹੁੰਦਾ ਹੈ ਜਾਂ ਰਾਹ ਵੇਖਣਾ ਹੋਵੇ ਤੇ ਅਸੀਂ ਕਿਤਾਬ ਨੂੰ ਖੋਲਦੇ ਆ ਨਾ, ਤੇ ਫਿਰ ਅਸੀਂ ਨਕਸ਼ਾ ਵੇਖਦੇ ਆ ਨਾ, ਪਰ ਕਿਤਾਬ ਨੂੰ ਵੇਖੀ ਜਾਓ ਉੱਤੋਂ ਹੀ ਉਹਨੂੰ ਨਮਸਕਾਰਾਂ ਕਰੀ ਜਾਓ, ਉੱਤੋਂ ਹੀ ਉਹਨੂੰ ਚੁੰਮੀ ਜਾਓ, ਉੱਤੋਂ ਹੀ ਮੱਥਾ ਟੇਕੀ ਜਾਓ, ਪਰ ਵਿੱਚੋਂ ਨਾ ਵੇਖੋ, ਕੁਝ ਨਹੀਂ ਲੱਭਣਾ। ਜੇ ਸਤਿਕਾਰ ਕਰਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਾਰ-ਵਾਰ ਕਰੋ, 1000 ਵਾਰ ਕਰੋ, ਪਰ ਨਿਰਾ ਮੱਥਾ ਟੇਕ ਕੇ ਘਰ ਨੂੰ ਨਾ ਤੁਰ ਜਾਓ। ਕਿਧਰੇ ਖੋਲ ਕੇ ਰਮਾਲਾ ਲਾ ਕੇ ਵੇਖੋ ਵੀ ਸਹੀ ਇਹਦੇ ਵਿੱਚ ਲਿਖਿਆ ਕੀ ਹੈ। ਇਹਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਕੀ ਨੇ। ਕਈ ਵਾਰੀ ਸਾਡਾ ਇਹ ਇੱਕ ਟਾਰਗੇਟ ਹੁੰਦਾ ਹੈ, ਮੈਂ ਹੁਣੇ ਆਇਆ ਗੁਰਦੁਆਰਿਓਂ ਹੋ ਕੇ, ਗੁਰੂ ਘਰੋਂ ਹੋ ਕੇ ਹੁਣੇ ਆਇਆ। ਤੇ ਜੇ ਕੋਈ ਰੋਗੀ ਹੋਵੇ, ਬਿਮਾਰ ਹੋਵੇ, ਤੇ ਉਹ ਕਵੇ ਮੈਂ ਹੁਣੇ ਹਸਪੀਟਲ ਤੋਂ ਹੋ ਕੇ ਆਇਆ, ਇੱਕ ਦਰਵਾਜ਼ੇ ਚੋਂ ਵੜੇ ਤੇ ਦੂਸਰੇ ਚੋਂ ਨਿਕਲ ਜਾਵੇ, ਜਾਂ ਉਹਦੀਆਂ ਪਰਿਕਰਮਾ ਕਰਕੇ ਘਰ ਆ ਜਾਵੇ, ਵੈਦ ਨੂੰ ਨਾ ਵਿਖਾਵੇ, ਨਾ ਦਵਾਈ ਲਵੇ, ਨਾ ਦਵਾਈ ਲੈ ਕੇ ਉਸ ਨੂੰ ਖਾਵੇ, ਤੇ ਕਵੇ ਫਿਰ ਮੇਰਾ ਤੇ ਰੋਗ ਹੀ ਨਹੀਂ ਦੂਰ ਹੋਇਆ।
ਨਹੀਂ ਗੱਲ ਬਣਨੀ ਨਾ। ਵੈਦ ਨੂੰ ਦੱਸਣਾ ਪੈਣਾ ਹੈ, ਵੈਦ ਕੋਲ ਜਾਣਾ ਪੈਣਾ ਹੈ, ਆਪਣੇ ਬਿਰਥਾ ਦੱਸਣੀ ਪੈਣੀ ਹੈ। ਫਿਰ ਵੈਦ ਨੇ ਔਸ਼ਧੀ ਦੇਣੀ ਹੈ, ਤੇ ਔਸ਼ਧੀ ਜਿਹੜੀ ਹੈ ਨਾ, ਫਿਰ ਇਹ ਨਹੀਂ ਵੀ ਘਰ ਲਿਆ ਕੇ ਰੱਖਦੇ ਹੈ ਨਾ। ਜੇ ਦਵਾਈ ਦੇਤੀ, ਵੈਦ ਨੇ ਦੇ ਦਿੱਤੀ, ਤੇ ਤੂੰ ਘਰ ਲਿਆ ਕੇ ਰੱਖ ਦਿੱਤੀ, ਖਾਧੀ ਨਹੀਂ। ਇੱਕ ਜੇ ਖਾ ਵੀ ਲਈ ਤੇ ਫਿਰ ਵੀ ਰੋਗ ਨਹੀਂ ਦੂਰ ਹੋਇਆ। ਕਿਹਾ ਮੈਂ ਤੇ ਦਵਾਈ ਲਿਆਂਦੀ ਸੀ, ਖਾ ਵੀ ਲਈ ਹੈ, ਪਰ ਰੋਗ ਨਹੀਂ ਦੂਰ ਹੋਇਆ। ਵੈਦ ਨੂੰ ਜਾ ਕੇ ਆਖਿਆ, ਵੈਦ ਜੀ ਦਵਾਈ ਲਈ ਸੀ, ਖਾਧੀ ਵੀ ਹੈ, ਪਰ ਰੋਗ ਦੂਰ ਨਹੀਂ ਹੋਇਆ। ਕਹਿੰਦਾ ਉਹਨੇ ਕਿਵੇਂ ਖਾਧੀ? ਕਹਿੰਦਾ ਐਵੇਂ ਖਾਧੀ। ਕਹਿੰਦਾ ਫਿਰ ਇਹ ਦਵਾਈ ਦੇ ਨਾਲ ਜਿਹੜੇ ਜਿਹੜੇ ਪਰਹੇਜ ਦੱਸੇ ਸਨ ਉਹ ਕੀਤੇ ਨੇ? ਕਹਿੰਦਾ ਪਰਹੇਜ ਨਹੀਂ ਮੈਂ ਕਰ ਸਕਦਾ, ਪਰਹੇਜ ਨਹੀਂ ਮੈਂ ਕਰ ਸਕਿਆ। ਤੇ ਕਹਿੰਦਾ ਫਿਰ ਜੇ ਤੂੰ ਪਰਹੇਜ ਨਹੀਂ ਕੀਤੇ ਤੇ ਦਵਾਈ ਨੇ ਅਸਰ ਵੀ ਨਹੀਂ ਕੀਤਾ। ਹੁਣ ਅਸੀਂ ਗੁਰੂ ਘਰ ਆਉਨੇ ਆ, ਬਾਣੀ ਵੀ ਕਈ ਵਾਰੀ ਪੜ੍ਹਦੇ ਆ, ਮੱਥੇ ਵੀ ਟੇਕਦੇ ਆ, ਪਰ ਜਿਹੜਾ ਗੁਰੂ ਨੇ ਸਾਨੂੰ ਪਰਹੇਜ ਦੱਸਿਆ ਹੈ ਨਾ, ਉਹ ਪਰਹੇਜ ਨਹੀਂ ਕਰਦੇ। ਗੁਰੂ ਸਾਹਿਬ ਜੀ ਸਾਨੂੰ ਰੋਜ਼ ਕਹਿੰਦੇ ਨੇ ਪਰਹੇਜ ਆ ਏ, ਸਾਰਿਆਂ ਤੋਂ ਵੱਡਾ ਲਿਵ ਪਰਮਾਤਮਾ ਨਾਲ ਜੋੜਨੀ ਹੈ। ਦੇਖ ਭਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ। ਆ ਤੇਰਾ ਕਰੈਕਟਰ ਉੱਚਾ ਹੋਣਾ ਚਾਹੀਦਾ, ਨਸ਼ਿਆਂ ਤੋਂ ਦੂਰ ਹੋਵੇ। ਅਸੀਂ ਰਾਤ ਨੂੰ ਨਸ਼ਾ ਅੰਦਰ ਸੁੱਟ ਲੈਨੇ ਆ, ਸਵੇਰੇ ਗੁਟਕਾ ਸਾਹਿਬ ਫੜ ਕੇ ਬਹਿਨੇ ਆ ਵੀ ਨਿਤਨੇਮ ਕਰਨ ਲੱਗਿਆ, ਤੇ ਲੇਵ ਕਿੱਥੋਂ ਜੁੜੇ ਜੀ? ਉਹ ਤੇ ਰਾਤ ਦਾ ਨਸ਼ਾ ਨੇ ਸਰੀਰ ਤੋੜਿਆ ਹੋਇਆ ਹੈ। ਹੁਣ ਟੁੱਟਾ ਹੋਇਆ ਸਰੀਰ ਤੇਰਾ, ਤੇਰੇ ਅੰਦਰ ਬਲ ਨਹੀਂ ਹੈ, ਉਹ ਤੇ ਨਸ਼ਾ ਹੋਰ ਮੰਗਦਾ ਪਿਆ ਹੈ ਵੀ ਅੱਗੇ ਥੋੜਾ ਜਿਹਾ ਐਕਟਿਵ ਹੋਣ ਵਾਸਤੇ। ਕਿਵੇਂ ਅੱਗੇ ਤੇਰਾ ਸੁਰਤ ਜੁੜੇ? ਇੱਥੇ ਤੇ ਨਾਮ ਦੀ ਖੁਮਾਰੀ ਹੋਵੇਗੀ ਤਾਂ ਹੀ। ਜੇ ਤੂੰ ਉਸ ਦਾ ਪਰਹੇਜ ਕਰੇਗਾ ਤੇ ਫਿਰ ਤੇਰੀ ਲਿਵ ਉਸ ਰੱਬ ਨਾਲ ਜੁੜ ਜਾਏਗੀ, ਤੇ ਜਦੋਂ ਲਿਵ ਰੱਬ ਨਾਲ ਜੁੜ ਗਈ ਫਿਰ ਕੋਈ ਤੋੜਨ ਵਾਲਾ ਨਹੀਂ ਹੈ, ਫਿਰ ਕਦੀ ਟੁੱਟਦੀ ਨਹੀਂ ਹੈ। ਉਹ ਸੰਸਾਰ ਵਿੱਚ ਵਿਹਾਰ ਕਾਰ ਵਿਹਾਰ ਕਰਦੇ ਨੇ, ਲਿਵ ਉਹਨਾਂ ਦੀ ਉੱਥੇ ਦੀ ਉੱਥੇ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਮੇਰੇ ਪਾਤਸ਼ਾਹ ਜੀ ਅੱਜ ਦੇ ਹੁਕਮ ਵਿੱਚ ਕਹਿੰਦੇ ਨੇ, ਨਵ ਨਿਧੀ 18 ਸਿੱਧੀ ਪਿਛਾ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਨਹੀਂ ਵੀ ਗੁਰਦੁਆਰੇ ਆ ਕੇ ਘੜੀ ਵਾਹਿਗੁਰੂ ਵਾਹਿਗੁਰੂ ਕਰੀਏ, ਨਹੀਂ, ਸਦਾ ਦੀ ਗੱਲ ਕੀਤੀ ਹੈ। ਜਿਹੜੇ ਸਦਾ ਹੀ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਰੱਖਦੇ ਨੇ, ਮੀਨਸ ਜਿਨ੍ਹਾਂ ਦਾ ਚਿੱਤ ਦਾਤੇ ਦੇ ਨਾਲ ਚਿੱਤ ਜੁੜਿਆ ਰਹਿੰਦਾ ਹੈ। ਨਵ ਨਿਧੀ, 9 ਖਜ਼ਾਨੇ, ਤੇ ਜਿਨ੍ਹਾਂ ਨੂੰ ਆਪਾਂ ਕਾਮਯਾਬੀਆਂ, ਸਿਹਤਯਾਬੀਆਂ, ਰਿੱਧੀਆਂ ਕਹਿੰਦੇ ਆ, ਸਿੱਧੀਆਂ ਕਹਿੰਦੇ ਆ, ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਤੇ ਉਹਨਾਂ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ। ਜਿਵੇਂ ਸੂਰਜ ਵੱਲ ਮੂੰਹ ਕਰੋ, ਪਰਛਾਵਾਂ ਕਿੱਥੇ? ਪਿੱਛੇ ਪਿੱਛੇ ਤੁਰਦਾ। ਸੂਰਜ ਨੂੰ ਕੰਡ ਕਰੋ, ਪਰਛਾਵਾਂ ਅੱਗੇ ਅੱਗੇ ਤੁਰਦਾ। ਜਿੰਨਾ ਵੀ ਤੇਜ਼ ਚੱਲਾਂਗੇ ਪਰਛਾਵੇਂ ਨੇ ਓਨਾ ਹੀ ਤੇਜ਼ ਚੱਲਣਾ, ਕਾਬੂ ਨਹੀਂ ਆਉਣਾ। ਪਰ ਜੇ ਮੁੱਖ ਕਰ ਲੋ ਸੂਰਜ ਵੱਲ ਤੇ ਪਰਛਾਵਾਂ ਓਨਾ ਹੀ ਤੇਜ਼ ਪਿੱਛੇ ਪਿੱਛੇ ਤੁਰਦਾ। ਕਹਿਣ ਤੋਂ ਭਾਵ ਜਦੋਂ ਅਸੀਂ ਗੁਰੂ ਨੂੰ ਸਨਮੁਖ ਰੱਖ ਲਾਂਗੇ, ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ, ਇਹ 9 ਨਿਧੀਆਂ 18 ਸਿੱਧੀਆਂ ਤੇ ਕਦਮ ਪੁਸ਼ਟੀ ਕਰਦੀਆਂ ਨੇ, ਇਹ ਤੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜੋ ਹਰ ਨਾਮ ਧਿਆਏ ਦੇ, ਜੋ ਤੋਂ ਇੱਥੇ ਇਹ ਨਹੀਂ ਹੈ ਵੀ ਅਸੀਂ ਸਿੱਖ ਬੈਠੇ ਹਾਂ, ਅਸੀਂ ਸਾਡੀ ਗੱਲ ਕੀਤੀ ਜਾ ਰਹੀ ਨਹੀਂ। ਜੋ ਦੇ ਵਿੱਚ ਜਿਹੜਾ ਵੀ ਕੋਈ ਵੀ ਮਨੁੱਖ ਹੋਵੇ, ਜੋ ਹਰ ਨਾਮ ਧਿਆਏ ਦੇ, ਤਿੰਨ ਦਰਸ਼ਨ ਪਿਖਾ, ਤੇ ਉਹਨਾਂ ਨੇ ਰੱਬ ਦੇ ਦੀਦਾਰ ਕਰ ਲਏ, ਉਹਨਾਂ ਨੇ ਦਰਸ਼ਨ ਕਰ ਲਏ, ਤੇ ਜਿਹੜੇ ਦਰਸ਼ਨ ਕਰ ਲੈਂਦੇ ਨੇ ਉਹ ਦਾਤੇ ਦੇ ਹੋ ਜਾਂਦੇ ਨੇ। 9 ਨਿਧੀਆਂ 18 ਸਿੱਧੀਆਂ, ਸਾਰੇ ਸੁੱਖ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਨੇ। ਪਰ ਇਹ ਕਿਵੇਂ? ਨਾਮ ਦੀ ਦਾਤ ਲਿਆ, ਤੇ ਨਾਮ ਦੀ ਦਾਤ ਲੈਣ ਦੇ ਨਾਲ ਸਾਨੂੰ ਇਹ ਦਾਤਾਂ ਮਿਲਦੀਆਂ ਨੇ। ਪਰ ਨਾਮ ਦੀ ਦਾਤ ਮਿਲਦੀ ਕਿਵੇਂ ਹੈ? ਜਦੋਂ ਅਸੀਂ ਡਿਸਿਪਲਿਨ ਵਿੱਚ ਆਈਏ, ਜਦੋਂ ਅਸੀਂ ਬੱਚੇ ਸਾਡੇ ਸਕੂਲ ਵਿੱਚ ਪੜ੍ਹਨ ਜਾਂਦੇ ਨੇ, ਤੇ ਪਹਿਲਾਂ ਉੱਥੇ ਕੀ ਹੈ? ਪ੍ਰਿੰਸੀਪਲ ਕਹਿੰਦਾ ਹੈ ਵੀ ਇਹ ਡਿਸਿਪਲਿਨ ਹੈ ਇਥੋਂ ਦਾ, ਐਵੇਂ ਜੇ ਰੂਲਸ ਨੇ, ਐਵੇਂ ਜੇ ਇਸਨੇ ਵਰਦੀ ਪਾਉਣੀ ਹੈ, ਐਵੇਂ ਜਾਂ ਇਸ ਦੀ ਲਿਬਾਸ ਹੋਣਾ ਚਾਹੀਦਾ ਹੈ, ਇਹ ਸਾਡੇ ਸਕੂਲ ਦਾ ਡਰੈਸ ਹੈ, ਇੰਨਾ ਇਹ ਟਾਈਮ ਨਾਲ ਆਉਣਾ ਇਹਨੂੰ ਚਾਹੀਦਾ। ਤੇ ਉਹ ਫਿਰ ਅਸੀਂ ਫਾਲੋ ਕਰਦੇ ਆ ਨਾ, ਬੱਚੇ ਸਾਡੇ ਉਵੇਂ ਜਿਹਾ ਲਿਬਾਸ ਪਾਉਂਦੇ ਨੇ ਨਾ। ਆ ਵੇਖੋ, ਆ ਜਿਹੜੀ ਅਸੀਂ ਗਲ ਦੇ ਵਿੱਚ ਟਾਈ ਪਾਉਨੇ ਆ, ਟਾਈ ਜਿਹੜੀ ਪਾਉਨੇ ਆ ਨਾ, ਕਈ ਬੜੇ ਬੜੇ ਸਿਆਣੇ ਬਜ਼ੁਰਗ ਜਿਹੜੇ ਨੇ, ਮੈਂ ਕਈ ਵਾਰੀ ਉਹਨਾਂ ਨੂੰ ਵੀ ਵੇਖਣਾ ਵੀ ਹਾਲਾਂਕਿ ਉਹਨਾਂ ਨੂੰ ਲੋੜ ਨਹੀਂ ਹੁੰਦੀ ਨਾ, ਉਹਨਾਂ ਨੇ ਵੀ ਟਾਈ ਪਾਈ ਹੁੰਦੀ ਹੈ।
ਟਾਈ ਲਾਈ ਹੁੰਦੀ ਉਹਨਾਂ ਨੇ ਵੀ। ਕੀ ਦਰਸਾਉਣਾ ਹੈ ਵੀ ਇਹ ਟਾਈ ਦੱਸਦੀ ਹੈ ਕਿ ਬੰਦਾ ਬੜਾ ਪੜ੍ਹਿਆ ਲਿਖਿਆ ਹੈ। ਟਾਈ ਇਹ ਦੱਸਦੀ ਹੈ, ਆਮ ਜਦੋਂ ਅਸੀਂ ਵਿਆਹ ਸ਼ਾਦੀਆਂ ਤੇ ਜਾਂਦੇ ਆ, ਕੋਟ ਪੈਂਟ ਕੋਟ ਪਾਏ ਹੁੰਦੇ ਨੇ, ਉਦੋਂ ਸਾਰਿਆਂ ਨੇ ਟਾਈਆਂ ਲਾਈਆਂ ਹੁੰਦੀਆਂ ਨੇ, ਭਾਵੇਂ ਮੇਰੇ ਵਰਗੇ ਨੂੰ ਭਾਵੇਂ ਇੰਗਲਿਸ਼ ਦੇ 2 ਅੱਖਰ ਆਉਂਦੇ ਨੇ ਕਿ ਨਹੀਂ ਆਉਂਦੇ, ਟਾਈ ਉਹਨੇ ਜ਼ਰੂਰ ਲਾਈ ਹੈ ਕਿ ਸਾਰਿਆਂ ਨੇ ਲਾਈ ਹੋਈ। ਪਰ ਜਦੋਂ ਸਾਡੇ ਬੱਚਿਆਂ ਨੂੰ ਸਕੂਲ ਵਿੱਚ ਅਸੀਂ ਪੜ੍ਹਨੇ ਪਾਉਂਦੇ ਆ, ਉਦੋਂ ਹੀ ਟਾਈ ਲਾਉਣੀ ਕੰਪਲਸਰੀ ਹੈ, ਭਾਰਤ ਵਿੱਚ ਵੀ ਤੇ ਇੱਥੇ ਵੀ। ਕਿਉਂ ਕਿ ਇਹ ਜਿਹੜਾ ਹੈ ਕ੍ਰਿਸਚਨ ਦਾ ਕ੍ਰਾਸ ਚਿੰਨ ਹੈ। ਇਹ ਇਹਨਾਂ ਦੇ ਇਹ ਜਿਹੜਾ ਕ੍ਰਾਸ ਚਿੰਨ ਆਪਾਂ ਪਾਉਂਦੇ ਨੇ ਨਾ ਕਈ, ਇਹ ਜਿਹੜਾ ਕ੍ਰਾਸ ਹੈ ਨਾ, ਇਹ ਚਿੰਨ ਹੈ ਟਾਈ। ਵੇਖੋ ਇਸ ਤਰ੍ਹਾਂ ਦੀ ਸ਼ੇਪ ਦੀ ਬਣੀ ਹੁੰਦੀ ਹੈ। ਉਹਨਾਂ ਨੇ ਪਾਈ ਵੀ ਕਿਹਨਾਂ ਦੇ? ਅਨਪੜ੍ਹਾਂ ਦੇ ਨਹੀਂ ਪਾਈ, ਪੜ੍ਹਿਆ ਲਿਖਿਆ ਦੇ ਪਾਈ। ਵੀ ਅਸੀਂ ਅਨਪੜ੍ਹਾਂ ਦੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਕੀ ਪਈ ਟਾਈ ਦਾ, ਤੇ ਜਿਹੜਾ ਅਨਪੜ੍ਹ ਹੋਵੇ ਟਾਈ ਪਾਉਂਦਾ ਨਹੀਂ। ਹਾਂ, ਜੇ ਮੈਂ ਟਾਈ ਪਾਈ ਤੇ ਮੇਰੇ ਨਾਲ ਕੋਈ ਫ੍ਰੈਂਚ ਬੋਲਣ ਲੱਗ ਪਿਆ, ਮੇਰੇ ਨਾਲ ਕੋਈ ਲਾਤਵੀਅਨ ਬੋਲਣ ਲੱਗ ਪਿਆ, ਇਟਾਲੀਅਨ ਬੋਲਣ ਲੱਗ ਪਿਆ, ਇੰਗਲਿਸ਼ ਬੋਲਣ ਲੱਗ ਪਿਆ, ਤੇ ਮੈਨੂੰ ਥੋੜਾ ਜਿਹਾ ਮਹਿਸੂਸ ਹੋਏਗਾ ਵੀ ਮੈਂ ਤੇ ਟਾਈ ਲਾਈ ਹੈ, ਤੇ ਫਿਰ ਮੈਨੂੰ ਨੀਵਾਂ ਵੇਖਣਾ ਪਏਗਾ। ਉਹ ਪਾਉਂਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਇਸ ਯੋਗ ਨਹੀਂ ਹੈਗੇ। ਪਰ ਇਹਨਾਂ ਨੇ ਟਾਈ ਉਹਨਾਂ ਦੇ ਗਲਾਂ ਦੇ ਵਿੱਚ ਪਾਈ ਜਿਹੜੇ ਬਹੁਤ ਹੀ ਐਜੂਕੇਟਡ ਨੇ, ਪੜ੍ਹੇ ਲਿਖੇ ਨੇ। ਵੇਖੋ ਕਿੰਨਾ ਦਿਮਾਗ ਹੈ, ਕਿੱਥੇ ਤੱਕ ਸੋਚ ਹੈ। ਕੰਪਲਸਰੀ ਕਰ ਦਿੱਤੀ, ਬੱਚਾ ਜਨਮਦਾ ਸਕੂਲ ਜਾਏਗਾ, ਟਾਈ ਲਾਏਗਾ। ਹੁਣ ਡਿਸਪਲਿਨ ਦੀ ਗੱਲ ਕਰ ਰਹੀ ਹੈ ਗੁਰੂ ਕੇ ਸਿੱਖਾ। ਜੇ ਤੂੰ ਗੁਰੂ ਦੀ ਸਿੱਖੀ ਨੂੰ ਨਹੀਂ ਅਪਣਾਉਂਦਾ, ਤੂੰ ਡਿਸਪਲਿਨ ਵਿੱਚ ਨਹੀਂ ਆਉਂਦਾ, ਤੇ ਕਵੇਂ ਮੈਨੂੰ ਗੁਰੂ ਦੀ ਗੋਦ ਦਾ ਸੁੱਖ ਮਿਲ ਜਾਏ, ਤੂੰ ਤੇ ਡਿਸਪਲਿਨ ਵਿੱਚ ਆਉਣਾ ਹੀ ਨਹੀਂ ਚਾਹੁੰਦਾ, ਤੂੰ ਉਸੇ ਡਿਸਪਲਿਨ ਨੂੰ ਫਾਲੋ ਹੀ ਨਹੀਂ ਕਰਨਾ ਚਾਹੁੰਦਾ। ਜੇ ਸਕੂਲ ਵਿੱਚ ਬੱਚਾ ਜਾਏ ਤੇ ਉਹਨੂੰ ਡਿਸਪਲਿਨ ਉਹਦੇ ਉੱਤੇ ਲਾਗੂ ਹੈ। ਸਿੱਖਾ ਜੇ ਤੂੰ ਸਿੱਖ ਅਖਵਾਉਣਾ ਹੈ ਤੇ ਗੁਰੂ ਕੀ ਸ਼ਰਨ ਵਿੱਚ ਆਉਣਾ ਹੈ, ਤੇ ਡਿਸਪਲਿਨ ਆਪਣੇ ਤਨ ਦੇ ਉੱਤੇ ਤੇ ਮਨ ਦੇ ਉੱਤੇ ਲਾਗੂ ਕਰ ਲੈ। ਜੇ ਤੂੰ ਗੁਰੂ ਕੀ ਗੋਦ ਦਾ ਆਨੰਦ ਮਾਣਨਾ ਚਾਹੁੰਦਾ ਹੈ ਤੇ ਇਸ ਡਿਸਪਲਿਨ ਨੂੰ ਫਾਲੋ ਕਰ। ਤੇ ਡਿਸਪਲਿਨ ਕੋਈ ਵੱਡੀ ਗੱਲ ਨਹੀਂ ਹੈ। ਸਕੂਲ ਵਿੱਚ ਪੜਨ ਜਾਵੇ ਬੱਚਾ ਤੇ ਉਹਨੂੰ ਡਿਸਪਲਿਨ ਫਾਲੋ ਕਰਨਾ ਚਾਹੀਦਾ, ਸਾਰਿਆਂ ਵਰਗਾ ਹੋਣਾ ਚਾਹੀਦਾ। ਜੇ ਇੱਕ ਦੂਸਰਾ ਹਰ ਤਰ੍ਹਾਂ ਦੇ ਵੱਖਰੇ ਵੱਖਰੇ ਕੱਪੜੇ ਪਾਈ ਫਿਰਨ, ਵੱਖਰੇ ਵੱਖਰੇ ਹੋਣ, ਤੇ ਉਹ ਇੱਕ ਡਿਸਪਲਿਨ ਜਿਹੜਾ ਚੰਗਾ ਨਹੀਂ ਲੱਗਦਾ। ਤੇ ਜਦ ਸਾਰੇ ਇੱਕੋ ਜਿਹੇ ਹੋਣ ਤੇ ਸਹੀ ਹੈ। ਹੁਣ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਖਾਸ ਰੂਪ ਇੱਕੋ ਜਿਹਾ ਬਣਾਇਆ, ਪਰ ਅਸੀਂ ਵੱਖਰੇ ਵੱਖਰੇ ਸਰੂਪ ਬਣਾਉਣੇ ਚਾਹੁੰਦੇ ਹਾਂ। ਮੈਂ ਹੁਣ ਜ਼ਿਆਦਾ ਨਹੀਂ ਕਹਿਣਾ। ਮੈਂ ਯੂਕੇ ਵਿੱਚ ਕਥਾ ਕਰ ਰਿਹਾ ਸੀ ਤੇ ਕਈ ਵਿੱਚੋਂ ਉੱਠ ਕੇ ਤੁਰ ਪਏ ਜਦੋਂ ਮੈਂ ਇਸ ਵਿਸ਼ੇ ਤੇ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਸਿਰਫ ਸੰਕੇਤ ਦਿੱਤਾ ਹੈ। ਕਈਆਂ ਦੇ ਮਨਾਂ ਵਿੱਚ ਇਵੇਂ ਵੀ ਆ ਜਾਂਦਾ ਕਿ ਹਰੇ ਭਾਈ ਸਾਹਿਬ ਸਾਨੂੰ ਵੇਖ ਕੇ ਟੌਰਚਰ ਕਰਦੇ ਨੇ, ਇਹ ਸਾਨੂੰ ਕਹਿ ਰਹੇ। ਮੈਂ ਇਸ਼ਾਰਾ ਦੇ ਸਾਨੂੰ ਡਿਸਪਲਿਨ, ਸਾਨੂੰ ਮਰਿਆਦਾ ਦੇ ਵਿੱਚ ਆ ਜਾਵਾਂਗੇ, ਤੇ ਜਿਹੜਾ ਮਰਿਆਦਾ ਦੇ ਵਿੱਚ ਆ ਜਾਂਦਾ ਹੈ ਗੁਰੂ ਸਾਹਿਬ ਉਸ ਨੂੰ ਆਪਣੀ ਗੋਦ ਦਾ ਪੂਰਾ ਨਿੱਘ ਦਿੰਦੇ ਨੇ। ਕਿਵੇਂ ਦਿੰਦੇ ਨੇ? ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ। ਜਿੰਨੇ ਵੀ ਆਪਾਂ ਬੈਠੇ ਆ, ਆਪਾਂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿੱਖ ਹਾਂ। ਉਹ ਸਾਡਾ ਸਾਰਿਆਂ ਦਾ ਬਾਪੂ ਹੈ, ਪਿਤਾ ਹੈ ਸਾਡਾ। ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਕਿਆ ਸਭ ਹੀ ਤੇ ਅਦਕ ਪਿਆਰੋ ਸੁੱਤ ਗੋਦ ਕੋ। ਸਾਰਿਆਂ ਨਾਲੋਂ ਉਹ ਡਾਢਾ ਪਿਆਰਾ ਲੱਗਦਾ ਹੈ ਮਾਂ ਨੂੰ ਪੁੱਤਰ ਜਿਹੜਾ ਮਾਂ ਦੀ ਗੋਦੀ ਦੇ ਵਿੱਚ ਹੋਵੇ। 4 ਹੋਣ, 5 ਹੋਣ, 6 ਹੋਣ, 7 ਹੋਣ, ਸਾਰੇ ਉਹਨੂੰ ਪਿਆਰੇ। ਪਰ ਜਿਹੜਾ ਬਾਹਰੋਂ ਕੰਮਕਾਰ ਕਰਕੇ ਲਿਆਇਆ, ਬਟੂਆ ਭਰ ਕੇ ਮਾਂ ਨੂੰ ਪੈਸੇ ਦੇ ਰਿਹਾ, ਉਹ ਵੀ ਉਹਨੂੰ ਪਿਆਰਾ ਲੱਗਦਾ, ਦੁਪਹਿਰਾ ਨਹੀਂ। ਕਹਿਣ ਤੋਂ ਭਾਵ ਹੈ ਜਿਹੜਾ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਨੂੰ ਮੱਥਾ ਟੇਕਦਾ ਹੈ, ਮਤ ਜਾਣਿਓ ਕਿ ਅਸੀਂ ਗੁਰੂ ਨੂੰ ਪਿਆਰੇ ਨਹੀਂ ਲੱਗਦੇ। ਭਾਵੇਂ ਸਾਡਾ ਸਰੂਪ ਹੈ, ਭਾਵੇਂ ਨਹੀਂ, ਅਸੀਂ ਗੁਰੂ ਨੂੰ ਪਿਆਰੇ ਲੱਗਦੇ ਆ। ਪਰ ਜਿਹੜਾ ਗੋਦੀ ਦੇ ਵਿੱਚ ਹੈ ਉਹ ਪਤਾ ਕਿੰਨਾ ਪਿਆਰਾ ਲੱਗਦਾ। ਮਾਂ ਜਦੋਂ ਵਿਹਲੀ ਬੈਠੀ ਹੋਵੇ ਕੰਮਕਾਰ ਕਰਕੇ, ਫਿਰ ਉਹਦੇ ਕੇਸਾਂ ਦੇ ਵਿੱਚ ਕਦੀ ਹੱਥ ਫੇਰਨਾ ਸ਼ੁਰੂ ਕਰ ਦਿੰਦੀ ਹੈ, ਪਿਆਰਾ ਲੱਗਦਾ ਹੈ। ਕਦੀ ਉਸਦਾ ਹੱਥ ਫੜ ਕੇ ਚੁੰਮਦੀ ਹੈ, ਪਿਆਰਾ ਲੱਗਦਾ ਹੈ। ਕਦੀ ਉਸਦਾ ਮੱਥਾ ਮਾਂ ਫੜ ਕੇ ਚੁੰਮਣ ਲੱਗ ਪੈਂਦੀ ਹੈ, ਪਿਆਰਾ ਲੱਗਦਾ ਹੈ। ਤੇ ਜਦੋਂ ਇਸ ਤਰ੍ਹਾਂ ਕਰਦਿਆਂ ਪਿਆਰ ਕਰਦਿਆਂ ਇੰਨਾ ਪਿਆਰ ਮਾਂ ਦੇ ਮਨ ਵਿੱਚ ਜਾਗਦਾ ਹੈ
ਕਿ ਉਹ ਪੁਰਾਤਨ ਮਾਵਾਂ ਦੀ ਮੈਂ ਗੱਲ ਕਰਦਾ। ਅੱਜ ਤੇ ਆਫੀਸ਼ੀਅਲੀ ਮਾਵਾਂ ਹੋ ਗਈਆਂ, ਸਮਾਂ ਹੀ ਨਹੀਂ ਹੈ ਬੱਚਿਆਂ ਨੂੰ ਸੰਭਾਲਣ ਵਾਸਤੇ। ਹੋਰ ਕੰਮੇ ਰੱਖੇ ਨੇ, ਕੰਮ ਕਰਨ ਵਾਲੀਆਂ ਰੱਖੀਆਂ ਨੇ, ਉਹ ਬੱਚਿਆਂ ਨੂੰ ਸੰਭਾਲਦੀਆਂ ਨੇ। ਸਾਡੇ ਕੋਲ ਸਮਾਂ ਨਹੀਂ, ਅਸੀਂ ਬੱਚਿਆਂ ਨੂੰ ਸਮਾਂ ਨਹੀਂ ਦੇ ਪਾ ਰਹੇ। ਕਿਉਂ ਕਿ ਸਾਡੇ ਖਰਚੇ ਜ਼ਿਆਦਾ ਨੇ, ਇਸ ਕਰਕੇ ਸਾਨੂੰ ਸਾਰਿਆਂ ਜੀਆਂ ਨੂੰ ਕੰਮ ਕਰਨਾ ਪੈਂਦਾ ਹੈ ਨਾ। ਇਸ ਪਾਸੇ ਸਾਡਾ ਬਹੁਤ ਧਿਆਨ ਹੈ, ਤਾਂ ਹੀ ਅਸੀਂ ਸਿੱਖੀ ਤੋਂ ਦੂਰ, ਥੋੜੀ ਜਿਹੀ ਦੂਰੀ ਸਾਡੀ ਹੁੰਦੀ ਜਾ ਰਹੀ ਹੈ। ਮਾਵਾਂ ਜਿਹੜੀਆਂ ਸਨ, ਪਹਿਲਾਂ ਆਪ ਬੱਚਿਆਂ ਨੂੰ ਪਾਲਣਾ, ਆਪ ਲੋਰੀਆਂ ਦੇਣੀਆਂ, ਫਿਰ ਉਹਨਾਂ ਦੇ ਕੰਨਾਂ ਦੇ ਵਿੱਚ ਸਿੱਖੀ ਦੀ ਆਵਾਜ਼ ਦੇਣੀ। ਫਿਰ ਆ ਜਿਹੜੇ ਆਪਾਂ ਰੋਜ਼ ਸ਼ਬਦ ਕਹਿੰਦੇ ਆ ਨਾ, ਜਿੰਨਾ ਸਿੰਘਾਂ ਸਿੰਘਣੀਆਂ ਬੰਦ ਕਟਾਏ ਜਾਂ ਖੋਪੜੀਆਂ ਲਵਾਈਆਂ, ਆਰੇ ਨਾਲ ਚਰਾਏ ਗਏ, ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਾਉਣੀ। ਰਾਤ ਨੂੰ ਸੁੱਤਿਆਂ ਹੋਇਆਂ ਸਾਰੇ ਉਹਨਾਂ ਦੇ ਕੰਨਾਂ ਵਿੱਚ ਸਾਕੇ ਪਾਉਣੇ ਵੀ ਆਹ ਕੁਝ ਹੋਇਆ, ਸਾਡਾ ਪਿਛੋਕੜ ਆਏ, ਸਾਡਾ ਵਿਰਸਾ ਆਏ। ਤੇ ਪਿਆਰ ਕਰਦਿਆਂ ਹੋਇਆਂ ਕੇਸਾਂ ਵਿੱਚ ਹੱਥ ਫੇਰਦਿਆਂ, ਜਦੋਂ ਮਾਂ ਡਾਢੇ ਪਿਆਰ ਵਿੱਚ ਆਉਂਦੀ ਹੈ ਤੇ ਮਾਂ ਆਪਣੇ ਬੱਚੇ ਦੇ ਪੈਰ ਦੇ ਤਲਵੇ ਵੀ ਚੁੰਮਣ ਲੱਗ ਪੈਂਦੀ ਹੈ। ਭਾਈ ਗੁਰਦਾਸ ਜੀ ਨੇ ਕਿਹਾ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ। ਬਸ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ। ਜਿਵੇਂ ਇੱਕ ਮਾਂ ਦੇ 4 6 7 ਜਾਂ 8 ਪੁੱਤ ਹੁੰਦੇ ਨੇ, ਧੀਆਂ ਪੁੱਤ, ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਕਿਆ ਸਭ ਹੀ ਤੇ ਅਦਕ ਪਿਆਰੋ ਸੁੱਤ ਗੋਦ ਕੋ। ਡਾਢਾ ਪਿਆਰਾ ਜਿਹੜਾ ਹੈ ਉਹ ਜਿਹੜਾ ਗੋਦ ਦੇ ਵਿੱਚ ਹੈ। ਕਹਿਣ ਤੋਂ ਭਾਵ ਮੇਰਾ ਡਾਢਾ ਪਿਆਰਾ ਉਹ ਲੱਗਦਾ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਫਾਲੋ ਕਰਦਾ ਹੈ, ਜਿਹੜਾ ਡਿਸਿਪਲਨ ਵਿੱਚ ਰਹਿੰਦਾ ਹੈ, ਡਿਸਿਪਲਨ ਨੂੰ ਮੰਨਦਾ ਹੈ। ਤੇ ਅੱਜ ਦੇ ਹੁਕਮ ਵਿੱਚ ਮੇਰੇ ਪਾਤਸ਼ਾਹ ਨੇ ਵੀ ਸਾਨੂੰ ਇਹ ਸਮਝਾਇਆ ਹੈ। ਅੱਜ ਦੇ ਹੁਕਮ ਵਿੱਚ ਕਿਹਾ, ਜੋ ਹਰ ਨਾਮ ਧਿਆਇਂਦੇ ਤਿਨ ਦਰਸ਼ਨ ਪਿੱਖਾ, ਹਉ ਬਲਿਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ। ਜਿਹੜੇ ਗੁਰੂ ਦੀ ਸਿੱਖਿਆ ਲੈਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਸਦਕੇ ਜਾਵਾਂ। ਤੇ ਗੁਰੂ ਪਿਆਰਿਓ, ਇਹ ਗੁਰੂ ਸਾਹਿਬ ਜੀ ਨੇ ਸਿੱਖਿਆ ਇਹ ਵੀ ਦਿੱਤੀ, ਤੇ ਨਾਲ ਮੇਰੇ ਪਾਤਸ਼ਾਹ, ਮੈਂ ਇਹ ਪ੍ਰਸੰਗ ਨਾਲ ਸ਼ੁਰੂ ਕੀਤਾ, ਜਦੋਂ ਭੰਗਾਣੇ ਵਾਲੇ ਥਾਂ ਤੇ ਪਹੁੰਚਦੇ ਨੇ, ਉੱਥੇ ਸਤਿਗੁਰੂ ਜੀ ਸ਼ਾਸਤਰਾਂ ਨਾਲ ਵੀ ਤੇ ਸ਼ਸਤਰਾਂ ਨਾਲ ਵੀ ਜੋੜਦੇ ਨੇ। ਨਿਰੇ ਅਸੀਂ ਬਾਣੀ ਨਹੀਂ ਮੈਂ ਕਹਿੰਦਾ ਵੀ ਸਿਮਰਨੀ ਕਰੀ ਜਾਓ ਵਾਹਿਗੁਰੂ ਵਾਹਿਗੁਰੂ ਜਾਂ ਮਾਲਾ ਹੀ ਕਮਾਈ ਜਾਓ, ਨਹੀਂ। ਜਿੱਥੇ ਸ਼ਾਸਤਰ ਦੀ ਲੋੜ ਹੈ ਉੱਥੇ ਸ਼ਸਤਰ ਦੀ ਵੀ ਲੋੜ ਹੈ। ਜਿੱਥੇ ਅਸੀਂ ਅੰਮ੍ਰਿਤ ਵੇਲੇ ਸ਼ਖਸੀ ਰਹਿਣੀ ਸਾਡੀ ਹੋਵੇ, ਅੰਮ੍ਰਿਤ ਵੇਲਾ ਹੋਵੇ, ਜਪਜੀ ਸਾਹਿਬ, ਜਾਪ ਸਾਹਿਬ, ਤੋ ਪ੍ਰਸਾਦ, ਇਲਾਹੀ ਬਾਣੀ ਦਾ ਪਾਠ ਕਰੋ, ਹਾਰਡ ਵਰਕ ਵੀ ਕਰੋ, ਕਾਰ ਵਿਹਾਰ ਵੀ ਕਰੋ। ਪਰ ਜਦੋਂ ਇਹ ਪਤਾ ਲੱਗ ਜਾਵੇ ਸਾਡੇ ਧਰਮ ਦੀ ਕੋਈ ਨਖੇਦੀ ਕਰ ਰਿਹਾ ਹੈ, ਜਦੋਂ ਪਤਾ ਲੱਗ ਗਿਆ ਕਿ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਕੋਈ ਚੁੱਕ ਕੇ ਗਜਨਵੀ ਦੇ ਬਾਜ਼ਾਰ ਦੇ ਵਿੱਚ ਆਨੇ ਦੀਆਂ ਵੇਚ ਦੇਵੇਗਾ, ਤੇ ਉਦੋਂ ਭਗਉਤੀ ਸਿਮਰ ਲਓ, ਉਦੋਂ ਫਿਰ ਮਿਆਨ ਚੋਂ ਕਿਰਪਾਨ ਬਾਹਰ ਆ ਜਾਵੇ। ਇਹ ਗੁਰੂ ਸਾਹਿਬ ਜੀ ਨੇ ਸ਼ਸਤਰ ਤੇ ਸ਼ਾਸਤਰਾਂ ਦਾ ਮੇਲ ਕਰਾਇਆ। ਜਦੋਂ ਸ਼ਸਤਰ ਤੇ ਸ਼ਾਸਤਰਾਂ ਦਾ ਮੇਲ ਕਰਾਇਆ, ਇਹ ਭੰਗਾਣੀ ਵਾਲੇ ਥਾਂ ਤੇ ਪਾਤਸ਼ਾਹ, ਜਿੱਥੇ ਮਿੱਟੀ ਚਿੱਕੜ ਵਾਲੀ ਨਹੀਂ ਹੈ, ਉਥੇ ਘੋੜ ਦੌੜ, ਪਹਾੜੀ ਇਲਾਕਾ, ਜੰਗਲੀ ਥਾਂ, ਸ਼ੇਰਾਂ ਦਾ ਹੋਣਾ, ਸ਼ੇਰਾਂ ਦਾ ਸ਼ਿਕਾਰ ਕਰਨਾ, ਇਹ ਗੁਰੂ ਸਾਹਿਬ ਜੀ ਨੇ ਜਦੋਂ ਸ਼ਸਤਰਾਂ ਦੇ ਨਾਲ ਸ਼ਾਸਤਰਾਂ ਨੂੰ ਵੀ ਜੋੜਿਆ ਨਾ, ਤੇ ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਕਿ ਇਹ ਗੁਰੂ ਸਾਹਿਬ ਜੀ ਦੀ ਕੁਝ ਨੀਤੀ ਹੋਰ ਹੈ। ਤੇ ਇੱਕ ਉਹਨੇ ਚਿੱਠੀ ਪਾਈ ਹੈ, ਉਸ ਚਿੱਠੀ ਦਾ ਉਲੱਥਾ ਐਵੇਂ ਹੈ, ਜਦੋਂ ਉਸ ਨੂੰ ਪਤਾ ਲੱਗਦਾ, ਕਹਿੰਦਾ ਤੂੰ ਸ਼ਾਹ ਗੋਬਿੰਦ ਅਖਵਾਉਂਦਾ, ਉਦੋਂ ਜਿਹੜੇ ਰਾਜੇ ਮਹਾਰਾਜੇ ਹੀ ਸ਼ਿਕਾਰ ਖੇਡ ਸਕਦੇ ਸਨ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸ਼ੇਰ ਸ਼ਾਹਾਂ ਸ਼ਾਹ। ਆ ਜਿਹੜਾ ਗੁਰੂ ਸਾਹਿਬ ਜੀ ਹੈ, ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੇ ਉੱਤੇ ਜਿਹੜਾ ਚੰਦੋਵਾ ਚੱਲ ਰਿਹਾ ਹੈ ਤੇ ਭਾਈ ਸਾਹਿਬ ਚੌਰ ਕਰ ਰਹੇ ਨੇ, ਇਹ ਉਹਨਾਂ ਸਮਿਆਂ ਦੇ ਵਿੱਚ ਰਾਜਿਆਂ ਦੇ ਉੱਤੇ ਚਾਂਦਨੀ ਹੁੰਦੀ ਸੀ ਤੇ ਚੌਰ ਉਹਨਾਂ ਉੱਤੇ ਝੁਲਦਾ ਸੀ। ਇਹ ਜਿਹੜੀਆਂ ਰਾਜਿਆਂ ਮਹਾਰਾਜਿਆਂ ਦੀਆਂ ਨਿਸ਼ਾਨੀਆਂ ਸਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ 4.5 ਲੱਖ ਦਾ ਚੰਦੋਵਾ ਆ ਗਿਆ। ਜਦੋਂ ਕਾਬਲ ਦੀ ਸੰਗਤ ਭੇਜਦੀ ਹੈ, ਸ਼ਾਹ ਮੁਅੱਜ਼ਮ
ਇਸ ਦਾ ਪੁੱਤਰ ਜਦੋਂ ਕਾਬਲ ਨੂੰ ਫਤਿਹ ਕਰਦਾ ਹੈ ਤੇ ਉਥੋਂ ਦੇ ਵਸਨੀਕਾਂ ਨੇ 2.5 ਲੱਖ ਦਾ ਚੰਦੋਵਾ ਔਰੰਗਜ਼ੇਬ ਵਾਸਤੇ ਭੇਜਿਆ। ਔਰੰਗਜ਼ੇਬ ਨੂੰ ਜਦੋਂ 2.5 ਲੱਖ ਦਾ ਚੰਦੋਵਾ ਮਿਲਿਆ ਤੇ ਸੰਗਤਾਂ ਨੇ 4.5 ਲੱਖ ਦਾ ਚੰਦੋਵਾ ਤਿਆਰ ਕਰਕੇ ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਆਨੰਦਪੁਰ ਭੇਜ ਦਿੱਤਾ। ਇਹ ਕੀ ਸੀ? ਗੱਲ ਪੈਸਿਆਂ ਦੀ ਨਹੀਂ ਸੀ। ਅੱਜ ਵੀ ਸਿੱਖਾਂ ਦੇ ਕੋਲ ਬੜੇ ਪੈਸੇ ਨੇ, ਅੱਜ ਵੀ ਬੜੇ ਅਸੀਂ ਲੰਗਰ ਲਾ ਰਹੇ ਆ, ਪਰ ਥੋੜਾ ਜਿਹਾ ਧਿਆਨ ਦੇਣਾ ਪਏਗਾ ਕਿ ਸਾਡੇ ਸਿੱਖਾਂ ਦੇ ਬੱਚਿਆਂ ਦੇ ਐਜੂਕੇਟਡ ਕਿੰਨੇ ਕੁ ਨੇ। ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਕਿੱਥੇ ਡੇਗ ਦਿੱਤਾ ਹੈ? ਮੈਨੂੰ ਅਜੇ ਪੱਕਾ ਤੇ ਪਤਾ ਨਹੀਂ ਹੈ, ਮੈਨੂੰ ਇੰਨਾ ਪਤਾ ਲੱਗਾ ਕਹਿੰਦੇ ਨੇ ਪਹਿਲਾਂ 33% ਤੇ ਬੱਚੇ ਪੰਜਾਬ ਵਿੱਚ ਸਾਡੇ ਭਰਤੀ ਪਾਸ ਹੁੰਦੇ ਸਨ, ਸ਼ਾਇਦ ਹੁਣ 20% ਤੇ ਹੀ ਕਰਦੇ। ਇਹ ਮਿਆਰ ਡੇਗਿਆ ਜਾ ਰਿਹਾ, ਮਿਆਰ ਡੇਗ ਗਿਆ ਇਸ ਕਰਕੇ ਜਾ ਰਿਹਾ ਹੈ ਵੀ ਜਿਹੜੇ 20% ਵਾਲੇ ਬੱਚੇ ਨੇ ਉਹ ਕੀ ਪੜ੍ਹਨਗੇ, ਉਹਨਾਂ ਨੂੰ ਕੀ ਆਉਂਦਾ ਹੋਏਗਾ, ਤੇ ਉਸ UNO ਦੇ ਵਿੱਚ ਬੈਠ ਕੇ, ਸੰਸਾਰ ਦੇ ਵਿੱਚ ਬੈਠ ਕੇ ਆਪਣੀ ਗੱਲ ਰੱਖ ਸਕਣਗੇ? ਨਹੀਂ ਰੱਖ ਸਕਣਗੇ। ਜੇ ਉਹ ਪੜ੍ਹੇ ਹੀ ਨਹੀਂ, ਉਹਨਾਂ ਨੂੰ ਗਿਆਨ ਹੀ ਨਹੀਂ, ਉਹ ਅਨਪੜ੍ਹ ਰਹਿ ਗਏ, ਉਹਨਾਂ ਨੂੰ ਪਤਾ ਹੈ ਕਿ ਸਾਨੂੰ 20% ਤੇ ਜਾਂ 25% ਤੇ ਆਏ ਨੰਬਰ ਤੇ ਸਾਨੂੰ ਪਾਸ ਕਰ ਦੇਣਾ ਹੈ ਤੇ ਫਿਰ ਉਹਨਾਂ ਨੂੰ ਪੜ੍ਹਨ ਦੀ ਲੋੜ ਹੀ ਨਹੀਂ ਹੈ। ਇਹ ਕੀ ਹੈ? ਨੀਤੀਆਂ ਨੇ ਕਿ ਇਹ ਅਨਪੜ੍ਹ ਰਹਿ ਜਾਣ, ਇਹ ਪੜ੍ਹ ਨਾ ਸਕਣ। ਇਹ ਨਾ ਪੜ੍ਹ ਕੇ ਜੇ ਪੜ੍ਹ ਲਿਖ ਗਏ ਤੇ ਫਿਰ ਇਹ ਗੱਲ ਕਰਨ ਜੋਗੇ ਹੋ ਜਾਣਗੇ। ਨੀਤੀਆਂ ਨੇ। ਕੱਲ ਮਕਾਵਾਂ ਜਦੋਂ ਇਹ ਚੰਦੋਵਾ 2.5 ਲੱਖ ਦਾ ਆਇਆ ਤੇ ਇੱਥੋਂ ਦੀਆਂ ਸੰਗਤਾਂ ਨੇ 4.5 ਲੱਖ ਦਾ ਚੰਦੋਵਾ ਪਹੁੰਚਾਇਆ। ਜਦੋਂ 4.5 ਲੱਖ ਦਾ ਚੰਦੋਵਾ ਆ ਗਿਆ, ਇਧਰ ਪ੍ਰਸ਼ਾਦੀ ਹੱਥ ਹੀ ਆ ਜਾਂਦਾ ਹੈ। ਰਾਜਾ ਮਹਾਰਾਜਿਆਂ ਵਾਂਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਰਹਿੰਦੇ ਨੇ। ਇਹ ਔਰੰਗਜ਼ੇਬ ਨੂੰ ਚੁੱਭਣ ਲੱਗ ਪਿਆ। ਉਹਨੇ ਇੱਕ ਚਿੱਠੀ ਲਿਖੀ ਹੈ, ਕਹਿੰਦਾ ਹੈ, ਤੂੰ ਸ਼ਾਹ ਗੋਬਿੰਦ ਅਖਵਾਉਂਦਾ ਵੱਡਾ ਮਰਦਾਨਾ, ਰਾਜ ਮੇਰਾ ਕੰਧਾਰ ਤੱਕ ਕਾਬਲ ਕੁਰਸਾਨਾ, ਰਾਜੇ ਦੱਖਣ ਦੇਸ਼ ਦੇ ਮੈਨੂੰ ਕਰਨ ਸਲਾਮਾ, ਪਰਵਾਨਾ ਪੜ ਸਿਤਾਬ ਬਿਲ। ਇਹ ਪਰਵਾਨਾ ਪੜ ਤੇ ਛੇਤੀ ਆ ਕੇ ਮੈਨੂੰ ਮਿਲ, ਨਹੀਂ ਮਿਲੇਗਾ ਤੇ ਫਿਰ ਉਹਨੇ ਦਾਬਾ ਇੱਕ ਹੋਰ ਮਾਰਿਆ, ਕਹਿੰਦਾ ਪਕੜਾਂਗਾ ਫਿਰ ਜ਼ੋਰ ਨਾਲ ਕਰ ਫਤਿਹ ਦਮਾਮਾ। ਸਤਿਗੁਰੂ ਜੀ ਨੇ ਰਣਜੀਤ ਨਗਾਰਾ ਵਜਾ ਦਿੱਤਾ ਸੀ 1678 ਦੇ ਵਿੱਚ। ਨਗਾਰਾ ਤੇ ਆ ਚੰਦੋਵਾ ਤੇ ਚੌਰ, ਇਹ ਜਿਹੜੀਆਂ ਬਾਦਸ਼ਾਹਾਂ ਦੀਆਂ ਨਿਸ਼ਾਨੀਆਂ ਨੇ। ਤੇ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਭਾਫਣ ਲੱਗ ਪਿਆ ਕਿ ਮੇਰੀ ਬਾਦਸ਼ਾਹੀ ਚਲੇ ਜਾਏਗੀ, ਕਿਉਂਕਿ ਸਿੱਖਾਂ ਨੂੰ ਸਤਿਗੁਰੂ ਜੀ ਬਾਦਸ਼ਾਹੀਆਂ ਦੇਣੀਆਂ ਚਾਹੁੰਦੇ ਨੇ। ਕਹਿੰਦੇ ਨੇ ਇਨਹੀ ਸੇ ਰਾਜੇ ਉਪਜਾਉ, ਰਾਜ ਕਰਨ ਕੀ ਰੀਤ ਸਿਖਾਉ, ਇਨਹੀ ਕੋ ਸਰਦਾਰ ਬਣਾਉ। ਕਹਿੰਦੇ ਪਏ ਨੇ ਤਬੈ ਗੋਬਿੰਦ ਸਿੰਘ ਨਾਮ ਕਹਾਉ। ਪਰ 1984 ਦਾ ਅਸੀਂ ਛਾਕਾ ਇਹ ਵਿਚਾਰ ਰਹੇ ਹਾਂ ਤੇ ਧਿਆਨ ਦਿਆ ਜੇ ਅਸੀਂ ਕਿਹੜੇ ਪਾਸੇ ਤੁਰੇ ਜਾ ਰਹੇ ਹਾਂ। ਜੇ 1984 ਦੀ ਅਸੀਂ ਗੱਲ ਕਰਾਂਗੇ ਨਾ, ਬੜੇ ਬੜੇ ਪਹਿਲਾਂ ਵੀ ਸਾਡੇ ਤੇ ਘੱਲੂਕਾਰੇ ਹੋਏ, ਪਰ ਚਿੰਤਨ ਇਸ ਗੱਲ ਦਾ ਹੈ ਵੀ ਅਸੀਂ ਅਜੇ ਚਿੰਤਨ ਕੀਤਾ ਕਿ ਨਹੀਂ, ਚਿੰਤਾ ਵਿੱਚ ਹੀ ਪਏ ਹੋਏ ਹਾਂ। ਇਸ ਪਾਸੇ ਸਾਡਾ ਧਿਆਨ ਗਿਆ ਹੈ ਕਿ ਨਹੀਂ? ਜੇ ਨਹੀਂ ਗਿਆ ਤੇ ਫਿਰ ਅੱਗੇ ਫਿਰ ਜ਼ਰੂਰ ਵਾਪਰਨਗੇ, ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦੇ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।